गुरु रूप साध संगत जीओ, गज के फतेह बुलाओ जी। वाहिगुरू जी का खालसा, वाहिगुरू जी की फतेह। एक दो दिन पहले बाई चांस मैं श्रोमणी गुरुद्वारा प्रबंधक कमेटी ਦੇ ਕੈਲੰਡਰ ਨੂੰ ਦੇਖ ਰਹੀ ਸੀ। ਉਹਦੇ ਵਿੱਚ ਮੇਰੀ ਨਜ਼ਰ ਪਈ ਕਿ ਉਸ ਕੈਲੰਡਰ ਦੇ ਹਿਸਾਬ ਨਾਲ 13 ਸਤੰਬਰ ਲਿਖਿਆ ਹੋਇਆ ਹੈ ਬਾਬੇ ਦਾ ਵਿਆਹ। ਬਾਬੇ ਦਾ ਵਿਆਹ ਦਾ ਮਤਲਬ ਗੁਰੂ ਨਾਨਕ ਦੇਵ ਜੀ ਦਾ ਵਿਆਹ। ਸੋ ਉਸ ਨੂੰ ਦੇਖਦਿਆਂ ਹੀ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਅਸੀਂ ਲੋਕ ਆਪਣੀਆਂ ਵੈਡਿੰਗ ਐਨੀਵਰਸਰੀਆਂ ਮਨਾਉਂਦੇ ਹਾਂ, ਅਸੀਂ ਸਿਲਵਰ ਜੁਬਲੀਆਂ ਮਨਾਉਂਦੇ ਹਾਂ, ਅਤੇ ਕਿਉਂ ਨਾ ਐਤਕੀ ਬਾਬੇ ਦਾ ਵਿਆਹ ਧੰਨ ਗੁਰੂ ਨਾਨਕ ਦੇਵ ਜੀ ਦੀ ਐਨੀਵਰਸਰੀ ਮਨਾਈ ਜਾਏ। ਜੇ ਹਾਲਾਤ ਠੀਕ ਹੁੰਦੇ ਤਾਂ ਕੋਈ ਵੱਡੀ ਗੱਲ ਨਹੀਂ, ਅਸੀਂ ਕੋਈ ਸਮਾਗਮ ਹੀ ਕਰ ਲੈਂਦੇ, ਸਾਰੇ ਇਕੱਠੇ ਮਿਲਦੇ, ਕੋਈ ਸੈਲੀਬ੍ਰੇਸ਼ਨ ਕਰ ਲੈਂਦੇ। ਲੇਕਿਨ ਹਾਲਾਤ ਮੁਤਾਬਕ ਜੇ ਕਿਸੇ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਗੱਲ ਅਸੀਂ ਕਰਦੇ ਹਾਂ, ਉਹਨਾਂ ਦੇ ਜਨਮ, ਉਹਨਾਂ ਦੇ ਜੀਵਨ ਦੇ ਬਾਰੇ ਗੱਲਾਂ ਕਰਦੇ ਹਾਂ, ਅਤੇ ਅੱਜ ਕਿਉਂ ਨਾ ਅਸੀਂ ਥੋੜ੍ਹਾ ਜਿਹਾ ਪਿੱਛੇ ਇਤਿਹਾਸ ਦੇ ਪਿੱਛੇ ਜਾ ਕੇ ਅਤੇ ਬਾਬੇ ਦੇ ਵਿਆਹ ਦੇ ਬਾਰੇ, ਬਾਬੇ ਨਾਨਕ ਦੇ ਵਿਆਹ ਦੇ ਬਾਰੇ ਕੁਝ ਗੱਲਬਾਤ ਆਪਸ ਵਿੱਚ ਕਰੀਏ। ਕੈਲੰਡਰ ਦੇ ਵਿੱਚ ਸਿਰਫ ਇਹੀ ਲਿਖਿਆ ਹੋਇਆ ਬਾਬੇ ਦਾ ਵਿਆਹ, ਬਾਬੇ ਨਾਨਕ ਦਾ ਵਿਆਹ। ਖੈਰ, ਸੋ ਵਿਆਹ ਦੀ ਗੱਲ ਕਰਨ ਤੋਂ ਪਹਿਲੇ ਗੱਲ ਤਾਂ ਸ਼ੁਰੂ ਬਚਪਨ ਤੋਂ ਹੀ ਹੋਏਗੀ। ਹਮੇਸ਼ਾ ਜਦੋਂ ਅਸੀਂ ਕਿਸੇ ਬੱਚੇ ਦੀ ਸ਼ਾਦੀ ਕਰਦੇ ਹਾਂ ਅਤੇ ਬਚਪਨ ਵੱਲ ਨਜ਼ਰ ਜ਼ਰੂਰ ਮਾਰਦੇ ਹਾਂ ਕਿ ਉਹ ਕਿਸ ਤਰ੍ਹਾਂ ਬਚਪਨ ਵਿੱਚ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਉਹਨੂੰ ਪਾਲਿਆ ਗਿਆ, ਕੀ ਉਹਦੇ 'ਚ ਕੁਆਲਿਟੀਜ਼ ਆਈਆਂ, ਕਿਸ ਤਰ੍ਹਾਂ ਵੱਡਾ ਹੋਇਆ। ਸੋ ਬਚਪਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅਤੇ ਉਹ ਤਾਂ ਸ਼ੁਰੂ ਤੋਂ ਨਿਰੰਕਾਰ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਸੰਸਾਰਕ ਚੀਜ਼ਾਂ ਅਟਰੈਕਟ ਨਹੀਂ ਕਰਦੀਆਂ ਸਨ। ਸੋ ਬਚਪਨ ਦੇ ਵਿੱਚ ਕੀ ਹੈ, ਮਾਤਾ ਪਿਤਾ ਨੇ ਉਹਨਾਂ ਦੇ ਉਸ ਨਿਰੰਕਾਰੀ ਰੂਪ ਨੂੰ ਨਹੀਂ ਪਹਿਚਾਣਿਆ ਕਿਸ ਨੇ? ਸਿਰਫ ਭੈਣ ਨੇ, ਬੇਬੇ ਨਾਨਕੀ ਨੇ। ਸੋ ਮਾਤਾ ਪਿਤਾ ਜਿਹੜੇ ਸਨ ਉਹ ਤਾਂ ਆਮ ਗ੍ਰਸਤੀ ਸਨ। ਸੋ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੇ ਜਦੋਂ ਕੋਸ਼ਿਸ਼ ਕੀਤੀ, ਪਸ਼ੂ ਚਾਰਨ ਭੇਜਿਆ, ਗੱਲ ਨਹੀਂ ਬਣੀ। ਜੇ ਪੈਸੇ ਦਿੱਤੇ ਸੌਦਾ ਵਪਾਰ ਕਰਨ ਵਾਸਤੇ ਅਤੇ ਉਸ ਦਾ ਵਪਾਰ ਕੁਛ ਨਹੀਂ ਹੋਇਆ। ਉਹ ਸੱਚਾ ਸੌਦਾ ਪਿਤਾ ਜੀ ਨੂੰ ਤਾਂ ਸਮਝ ਨਹੀਂ ਆਇਆ ਕਿ ਉਸ ਸੱਚੇ ਸੌਦੇ ਦੀ ਕਿੰਨੀ ਇੰਪੋਰਟੈਂਸ ਸੀ। ਔਰ ਉਸ 20 ਰੁਪਏ ਦੇ ਨਾਲ ਅੱਜ ਦੁਨੀਆ ਦੇ ਵਿੱਚ ਕਰੋੜਾਂ ਲੋਕ ਜਿਹੜੇ ਨੇ ਉਹ ਲੰਗਰ ਛਕ ਰਹੇ ਨੇ, ਔਰ 20 ਰੁਪਏ ਦੀ ਉਹ FD ਜਿਹੜੀ ਹੈ ਉਹ ਅਜੇ ਤੱਕ ਖਤਮ ਨਹੀਂ ਹੋਈ। ਪਰ ਇਹ ਸਾਰੀਆਂ ਗੱਲਾਂ ਮਾਂ ਪਿਓ ਨੂੰ ਸਮਝ ਨਹੀਂ ਆਈਆਂ। ਮਾਂ ਪਿਓ ਸੰਸਾਰੀ ਸਨ, ਆਮ ਗ੍ਰਸਤੀ ਸਨ। ਸੋ ਪਿਤਾ ਜੀ ਦੀ ਨਜ਼ਰ ਵਿੱਚ ਅਤੇ ਉਹ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਕਿ ਪਿਤਾ ਜੀ ਦੀ ਨਜ਼ਰ ਵਿੱਚ ਤਾਂ ਉਹ ਇੱਕ ਨਿਕੰਮਾ ਪੁੱਤਰ ਸਾਬਤ ਹੋਇਆ ਕਿ ਨਾ ਉਹਨੇ ਕੋਈ ਖੇਤੀਬਾੜੀ ਕੀਤੀ, ਨਾ ਉਹਨੇ ਕੋਈ ਵਪਾਰ ਕੀਤਾ, ਉਹਨੇ ਕੋਈ ਕੰਮ ਨਹੀਂ ਕੀਤਾ। ਅਤੇ ਉਮਰ ਦੇ ਹਿਸਾਬ ਨਾਲ ਹੌਲੀ ਹੌਲੀ ਹੁਣ ਜਵਾਨੀ ਵਾਲੇ ਪਾਸੇ ਟੁਰ ਪਏ, ਹੁਣ ਜਵਾਨ ਹੋਣ ਲੱਗ ਪਏ, ਉਮਰ ਵੱਧਦੀ ਗਈ। ਸੋ ਬੜੀ ਚਿੰਤਾ ਤੋਂ ਰਹਿੰਦੇ ਸਨ, ਬੜੀ ਚਿੰਤਾ 'ਚ ਰਹਿੰਦੇ ਸਨ। ਅਤੇ ਇੱਕ ਵਾਰੀ ਕੀ ਹੋਇਆ ਕਿ ਭੈਣ ਬੇਬੇ ਨਾਨਕੀ ਆਪਣੇ ਪੇਕੇ ਆਈ, ਰਾਏਭੋਏ ਕੀ ਤਲਵੰਡੀ। ਸੋ ਜਿਸ ਤਰ੍ਹਾਂ ਜੋ ਕੁਛ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਸਾਰੀਆਂ ਉਹ ਘਟਨਾਵਾਂ ਹੁੰਦੀਆਂ ਨੇ ਜੋ ਸਾਡੇ ਘਰਾਂ 'ਚ ਹੁੰਦੀਆਂ ਨੇ, ਕਿਉਂਕਿ ਗ੍ਰਸਤੀ ਸਨ, ਜੋ ਸਾਡੇ ਘਰਾਂ 'ਚ ਵਾਪਰਦਾ ਹੈ ਉਹੀ ਕੁਛ ਅਸੀਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਸਾਨੂੰ ਮਿਲਦਾ ਹੈ। ਸੋ ਵੱਡੀ ਭੈਣ ਸੀ, ਆਪਣੇ ਘਰ ਵੈਲ ਸੈਟਲਡ ਸੀ, ਸੌਖੀ ਸੀ, ਕਿਉਂਕਿ ਉਹਨਾਂ ਦੇ ਪਤੀ ਜਿਹੜੇ ਸਨ ਉਹ ਬੜੇ ਅੱਛੇ ਅਹੁਦੇ 'ਤੇ ਕੰਮ ਕਰ ਰਹੇ ਸਨ, ਸੁਲਤਾਨਪੁਰ ਲੋਧੀ। ਸੋ ਉਹ ਜਦੋਂ ਆਈ ਉਸਨੇ ਦੇਖਿਆ ਕਿ ਮੇਰੇ ਪਿਤਾ ਜੀ ਨੂੰ ਤਾਂ ਬਹੁਤ ਚਿੰਤਾ ਲੱਗੀ ਹੋਈ ਹੈ ਕਿ ਇਸ ਬੱਚੇ ਦਾ ਕੀ ਹੋਏਗਾ। ਇੰਨਾ ਵੱਡਾ ਹੋ ਚੱਲਿਆ, ਹੁਣ ਜਵਾਨ ਹੋ ਚੱਲਿਆ, ਕੋਈ ਕੰਮਕਾਰ ਨਹੀਂ ਕਰਦਾ, ਕੰਮਕਾਰ ਕਰੇ ਅਤੇ ਫਿਰ ਅਸੀਂ ਇਹਦੀ ਸ਼ਾਦੀ ਕਰੀਏ। ਸੋ ਜਿਸ ਤਰ੍ਹਾਂ ਬਿਲਕੁਲ ਸੇਮ ਉਹੀ ਗੱਲ ਹੈ, ਜਿਸ ਸਾਡੇ ਘਰ ਕੋਈ ਵੱਡੀ ਧੀ ਆਉਂਦੀ, ਅਸੀਂ ਉਹਦਾ ਸਲਾਹ ਕਰਦੇ ਹਾਂ ਵੀ ਹੁਣ ਕੀ ਕਰੀਏ। ਸੋ ਇਸ ਤਰ੍ਹਾਂ ਸਲਾਹ ਕਰਦਿਆਂ ਬੇਬੇ ਨਾਨਕੀ ਨੇ ਕਿਹਾ, ਪਿਤਾ ਜੀ ਤੁਸੀਂ ਚਿੰਤਾ ਨਾ ਕਰੋ, ਇਹਨੂੰ ਮੈਂ ਆਪਣੇ ਨਾਲ ਲੈ ਜਾਂਦੀ ਹਾਂ, ਇਸ ਨੂੰ ਮੈਂ ਆਪਣੇ ਆਪ ਲੈ ਜਾਵਾਂਗੀ ਅਤੇ ਉੱਥੇ ਕਿਸੇ ਕੰਮਕਾਰ 'ਤੇ ਇਸ ਨੂੰ ਲਗਾ ਦਿਆਂਗੇ। ਖੈਰ, ਉਹ ਬਾਬੇ ਨਾਨਕ ਜੀ ਨੂੰ ਆਪਣੇ ਨਾਲ ਲੈ ਗਈ। ਕਿੱਥੇ ਲੈ ਗਈ? ਸੁਲਤਾਨਪੁਰ ਲੋਧੀ। ਹੁਣ ਸੁਲਤਾਨਪੁਰ ਲੋਧੀ ਜਿਹੜੇ ਸੀ ਉੱਥੇ ਭਾਈ ਜੈ ਰਾਮ, ਬੇਬੇ ਨਾਨਕੀ ਦੇ ਹਸਬੈਂਡ, ਉਹ ਉੱਥੇ ਕੰਮ ਕਰਦੇ ਸੀ ਨਵਾਬ ਦੌਲਤ ਖਾਨ ਦੇ ਕੋਲ, ਔਰ ਬੜੀ ਅੱਛੀ ਪੋਸਟ 'ਤੇ ਸੀ। ਉਹਨਾਂ ਦਾ ਬੜਾ ਵਿਸ਼ਵਾਸ ਸੀ ਉੱਥੇ ਬਣਿਆ ਹੋਇਆ ਸੀ। ਸੋ ਉੱਥੇ ਉਹ ਜਦੋਂ ਲੈ ਗਏ ਤਾਂ ਉੱਥੇ ਜਾ ਕੇ ਉਹਨਾਂ ਨੂੰ ਮੋਦੀਖਾਨੇ ਦੀ ਨੌਕਰੀ ਲਗਵਾ ਦਿੱਤਾ। ਖੈਰ, ਮੈਂ ਉਸ ਗੱਲ ਵੱਲ ਨਾ ਜਾਵਾਂ, ਗੱਲ ਅਸੀਂ ਵਿਆਹ ਦੀ ਕਰ ਰਹੇ ਹਾਂ। ਸੋ ਇਤਿਹਾਸ ਦੇ ਵਿੱਚ ਅਗਰ ਦੇਖੀਏ ਤਾਂ ਬੇਬੇ ਨਾਨਕੀ ਦਾ ਵਿਆਹ ਕਿਵੇਂ ਹੋਇਆ ਸੀ? ਕਿਉਂਕਿ ਜੈ ਰਾਮ ਜੀ ਦੌਲਤ ਖਾਨ ਦੇ ਦਰਬਾਰ ਵਿੱਚ ਅੱਛੀ ਪੋਸਟ 'ਤੇ ਸਨ। ਉਹ ਆਪਣੇ ਕੰਮਕਾਰ ਦੇ ਸਿਲਸਿਲੇ ਵਿੱਚ ਰਾਏਭੋਏ ਕੀ ਤਲਵੰਡੀ ਆਉਂਦੇ ਸਨ। ਜਦੋਂ ਆਉਂਦੇ ਸਨ ਤਾਂ ਉਹਨਾਂ ਦਾ ਕੰਮ ਪੈਂਦਾ ਸੀ ਕਿਹਦੇ ਨਾਲ? ਮਹਿਤਾ ਕਾਲੂ ਜੀ ਦੇ ਨਾਲ, ਕਿਉਂਕਿ ਪਟਵਾਰੀ ਸਨ। ਉਹਨਾਂ ਦੇ ਨਾਲ ਕੰਮ ਹੁੰਦਾ ਸੀ ਅਤੇ ਉਹ ਆਪਣਾ ਲੈਣ ਦੇਣ, ਕੰਮ, ਹਿਸਾਬ ਕਿਤਾਬ ਆ ਕੇ ਕਰਦੇ ਸਨ। ਉਹਨਾਂ ਨੂੰ ਦੇਖ ਕੇ ਮਹਿਤਾ ਕਾਲੂ ਜੀ ਨੇ ਤਾਂ ਸ਼ਾਇਦ ਉਹਨਾਂ ਦੀ ਕਾਬਲੀਅਤ ਨੂੰ ਨਹੀਂ ਪਹਿਚਾਣਿਆ ਹੋਏਗਾ, ਲੇਕਿਨ ਰਾਏ ਬੁਲਾਰ ਨੇ ਪਹਿਚਾਣ ਲਿਆ ਕਿ ਇਹ ਮੁੰਡਾ ਤਾਂ ਬੜਾ ਲਾਇਕ ਹੈ, ਬੜਾ ਇਮਾਨਦਾਰ ਹੈ, ਬੜਾ ਸਮਝਦਾਰ ਹੈ। ਸੋ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਇਹ ਜਿਹੜਾ ਮੁੰਡਾ ਭਾਈ ਜੈ ਰਾਮ, ਜਿਹੜਾ ਸੁਲਤਾਨਪੁਰ ਲੋਧੀ ਤੋਂ ਆਉਂਦਾ ਹੈ, ਇਹ ਬੜੀ ਅੱਛੀ ਉੱਥੇ ਅੱਛੀ ਪੋਸਟ 'ਤੇ ਕੰਮ ਕਰ ਰਿਹਾ, ਅਤੇ ਕਿਉਂ ਨਾ ਅਸੀਂ ਨਾਨਕੀ ਦਾ ਰਿਸ਼ਤਾ
ਇਹਦੇ ਨਾਲ ਕਰ ਦਈਏ। ਸੋ ਮੈਂ ਆਪਣਾ ਬਾਬਾ ਮਹਿਤਾ ਕਾਲੂ ਜੀ ਜਿਹੜੇ ਸਨ ਉਹ ਮੰਨ ਗਏ। ਉਹ ਕਹਿੰਦੇ ਠੀਕ ਹੈ, ਤੁਸੀਂ ਠੀਕ ਹੀ ਸੋਚਿਆ। ਦੇਖੋ ਮੈਂ ਸ਼ੁਰੂ ਤੋਂ ਇਹੀ ਕਹਿ ਰਹੀ ਸੀ ਕਿ ਉਹਨਾਂ ਦੇ ਘਰਾਂ 'ਚ ਜੋ ਸਾਡੇ ਘਰਾਂ 'ਚ ਘਟਨਾਵਾਂ ਹੁੰਦੀਆਂ ਨੇ ਨਾ, ਸਾਨੂੰ ਇਤਿਹਾਸ ਵਿੱਚ ਸਾਰੀਆਂ ਉਹ ਘਟਨਾਵਾਂ ਮਿਲਦੀਆਂ ਨੇ ਕਿ ਅਸੀਂ ਜਦੋਂ ਦੇਖਦੇ ਹਾਂ ਕਿਸੇ ਬੱਚੇ 'ਤੇ ਸਾਡੀ ਨਜ਼ਰ ਪੈਂਦੀ ਹੈ ਕਿ ਬੱਚਾ ਤਾਂ ਬੜਾ ਲਾਇਕ ਹੈ, ਇਹ ਤਾਂ ਕੰਮ ਬੜਾ ਅੱਛਾ ਕਰ ਰਿਹਾ, ਅੱਛੀ ਪੋਸਟ 'ਤੇ ਲੱਗਾ ਹੋਇਆ, ਅਤੇ ਅਸੀਂ ਕਹਿੰਦੇ ਹਾਂ ਇਹਦਾ ਰਿਸ਼ਤਾ ਕਿਤੇ ਆਪਣੇ ਕਿਸੇ ਬੱਚੇ ਨਾਲ ਕਰ ਦੇਣਾ ਚਾਹੀਦਾ। ਸੋ ਇਸ ਤਰੀਕੇ ਦੇ ਨਾਲ ਬੇਬੇ ਨਾਨਕੀ ਦਾ ਰਿਸ਼ਤਾ ਹੋ ਗਿਆ ਕਿਸ ਦੇ ਨਾਲ? ਭਾਈ ਜੈ ਰਾਮ ਜੀ ਦੇ ਨਾਲ। ਅਤੇ ਬੇਬੇ ਨਾਨਕੀ ਦੀ ਸ਼ਾਦੀ ਹੋ ਕੇ ਉਹ ਕਿੱਥੇ ਚਲੇ ਗਏ? ਸੁਲਤਾਨਪੁਰ ਲੋਧੀ। ਹੁਣ ਸੁਲਤਾਨਪੁਰ ਲੋਧੀ ਚਲੇ ਗਏ ਅਤੇ ਜ਼ਰੂਰੀ ਗੱਲ ਹੈ, ਅੱਛੀ ਪੋਸਟ 'ਤੇ ਹਸਬੈਂਡ ਕੰਮ ਕਰਦਾ ਸੀ, ਕਾਰੋਬਾਰ ਅੱਛਾ ਸੀ, ਭੈਣ ਬੜੀ ਸੌਖੀ ਹੋ ਗਈ। ਉੱਥੇ ਘਰ ਵਿੱਚ ਬੜੀ ਇੱਜ਼ਤ ਵੀ ਤਾਂ ਖੈਰ ਹੈ ਹੀ ਸੀ ਉਹਨਾਂ ਦੀ, ਲੇਕਿਨ ਫਾਈਨੈਂਸ਼ੀਅਲੀ ਵੀ ਬੜੀ ਵੈਲ ਆਫ ਹੋ ਗਈ ਭੈਣ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਲੈ ਗਏ ਉੱਥੇ, ਅਤੇ ਉਹਨਾਂ ਨੇ ਸਿਫਾਰਿਸ਼ ਕਰਕੇ ਨੌਕਰੀ ਲਵਾ ਦਿੱਤੀ ਕਿੱਥੇ? ਮੋਦੀ ਖਾਨੇ ਨੌਕਰੀ ਲਵਾ ਦਿੱਤੀ। ਅਤੇ ਉਹ ਕਥਾ ਨੂੰ ਮੈਂ ਦੁਬਾਰਾ ਰਿਪੀਟ ਨਹੀਂ ਕਰਾਂਗੀ, ਸਭ ਨੂੰ ਪਤਾ ਹੈ ਕਿ ਸ਼ਰਾਰਤੀ ਲੋਕਾਂ ਨੇ ਜਾਂ ਇਹ ਖਾਲੂ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ, ਇਹ ਤਾਂ ਤੁਹਾਡਾ ਮੋਦੀ ਖਾਨਾ ਲੁਟਾ ਦੇਗਾ, ਇਹ ਤਾਂ ਲੋਕਾਂ ਨੂੰ ਅਨਾਜ ਵੰਡੀ ਜਾਂਦਾ, ਤੁਹਾਨੂੰ ਘਾਟੇ ਪੈ ਜਾਣਗੇ, ਤੁਹਾਡਾ ਨੁਕਸਾਨ ਹੋ ਜਾਏਗਾ। ਲੇਕਿਨ ਜਦੋਂ ਦੌਲਤ ਖਾਨ ਲੋਧੀ ਨੇ ਹਿਸਾਬ ਕਿਤਾਬ ਸਾਰਾ ਚੈੱਕ ਕਰਵਾਇਆ, ਅਤੇ ਸਭ ਨੂੰ ਪਤਾ ਹੈ, ਬੜੀ ਵਾਰੀ ਗੱਲ ਹੋ ਚੁੱਕੀ ਹੈ ਕਿ ਉਸ ਹਿਸਾਬ ਦੇ ਵਿੱਚੋਂ 360 ਰੁਪਏ ਦਾ ਫਾਇਦਾ ਨਿਕਲਿਆ, 360 ਰੁਪਏ ਦਾ ਬੈਲੈਂਸ ਨਿਕਲਿਆ। ਲੋਕਾਂ ਨੇ ਕਿਹਾ ਸੀ ਕਿ ਇੱਕ ਪੈਸਾ ਨਹੀਂ ਬਚਣਾ, ਤੁਹਾਡਾ ਮੋਦੀ ਖਾਨਾ ਖਤਮ ਹੋ ਜਾਏਗਾ, ਲੁੱਟ ਜਾਏਗਾ, ਲੇਕਿਨ ਉੱਥੇ 360 ਰੁਪਏ ਦਾ ਉੱਥੇ ਬੈਲੈਂਸ ਜਿਹੜਾ ਉਹ ਨਿਕਲਿਆ। ਸੋ ਸੁਲਤਾਨਪੁਰ ਲੋਧੀ ਨੇ ਵੀ ਬੜਾ ਇਸ ਗੱਲ ਦਾ ਮਾਣ ਕੀਤਾ ਕਿ ਐਵੇਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ, ਇਹ ਬੱਚਾ ਤਾਂ ਬੜਾ ਇਮਾਨਦਾਰ ਹੈ, ਇਹ ਤਾਂ ਬਹੁਤ ਅੱਛਾ ਇਸਨੇ ਕੰਮ ਕੀਤਾ ਹੈ। ਹਾਲਾਂਕਿ ਬਾਬਾ ਜੀ ਉਸ ਵਕਤ ਉਸ ਤੋਂ ਬਾਅਦ ਕੰਮ ਕਰਨ ਨੂੰ ਤਿਆਰ ਨਹੀਂ ਸਨ, ਲੇਕਿਨ ਇੱਕ ਪ੍ਰਸਿੱਧੀ ਜਿਹੜੀ ਸੀ ਉਸ ਏਰੀਏ 'ਚ ਫੈਲ ਗਈ ਕਿ ਜਿਹੜਾ ਮੋਦੀ ਖਾਨੇ 'ਚ ਰੱਖਿਆ ਸੀ ਗੁਰੂ ਨਾਨਕ ਨਾਮ ਦਾ ਬੰਦਾ, ਉਹ ਤਾਂ ਬੜਾ ਇਮਾਨਦਾਰ ਨਿਕਲਿਆ ਭਾਈ। ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਪਰ ਉਹਦੇ ਹਿਸਾਬ ਵਿੱਚ ਉਹਦੇ 'ਚ ਤਾਂ ਕੁਝ ਗਲਤੀ ਨਹੀਂ ਨਿਕਲੀ ਹਿਸਾਬ ਵਿੱਚ, ਉਹ ਤਾਂ ਬੜਾ ਸਿਆਣਾ ਬੰਦਾ ਹੈ। ਸੋ ਜਿਸ ਤਰ੍ਹਾਂ ਕਿਸੇ ਮੁੰਡੇ ਦੇ ਬਾਰੇ ਇਹ ਹਵਾ ਫੈਲਦੀ ਹੈ ਕਿ ਮੁੰਡਾ ਬੜਾ ਸਿਆਣਾ ਹੈ, ਮੁੰਡਾ ਬੜਾ ਇਮਾਨਦਾਰ ਹੈ, ਮੁੰਡਾ ਬੜਾ ਅੱਛਾ ਕੰਮ ਕਰਦਾ ਹੈ, ਅਤੇ ਜ਼ਰੂਰੀ ਗੱਲ ਫਿਰ ਕੀ ਹੁੰਦੀ ਹੈ? ਫਿਰ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਨੇ। ਔਰ ਉਧਰੋਂ ਮਹਿਤਾ ਕਾਲੂ ਜੀ ਵੀ ਬੜੇ ਕਾਲੇ ਪੈ ਗਏ ਸਨ ਕਿ ਹੁਣ ਉਮਰ ਹੋ ਗਈ ਹੈ, ਹੁਣ ਇਹਦੀ ਸ਼ਾਦੀ ਕਰੀਏ, ਇਹਦਾ ਘਰ ਵਸਾਈਏ। ਪਰ ਬਾਬਾ ਜੀ ਤੇ ਤੁਹਾਨੂੰ ਪਤਾ ਹੈ ਉਹਨਾਂ ਦਾ ਤੇ ਲਿਵ ਲੱਗੀ ਹੋਈ ਸੀ ਨਿਰੰਕਾਰ ਦੇ ਨਾਲ, ਉਹਨਾਂ ਨੂੰ ਗ੍ਰਸਤੀ ਦੇ ਨਾਲ ਕੋਈ ਅਜੇ ਅਟਰੈਕਸ਼ਨ ਬਿਲਕੁਲ ਨਹੀਂ ਸੀ। ਪਰ ਫਿਰ ਦੇਖੋ, ਫਿਰ ਭੈਣ ਕੰਮ ਆਈ, ਫਿਰ ਬੇਬੇ ਨਾਨਕੀ ਕਨਵਿੰਸ ਹੋ ਗਈ ਕਿ ਨਹੀਂ, ਇਸ ਉਮਰ ਵਿੱਚ ਹੁਣ ਸ਼ਾਦੀ ਕਰਨੀ ਚਾਹੀਦੀ ਹੈ। ਉਹਨੇ ਪ੍ਰੈਸ਼ਰ ਪਾ ਕੇ ਕਿਸੇ ਤਰੀਕੇ ਬਾਬਾ ਨਾਨਕ ਜੀ ਮਨਾ ਲਿਆ ਕਿ ਹੁਣ ਸ਼ਾਦੀ ਕਰਨੀ ਹੈ, ਹੁਣ ਸ਼ਾਦੀ ਜਦ ਕਰਨੀ ਹੈ। ਅਤੇ ਭੈਣ ਦਾ ਕਿਹਾ ਉਹਨਾਂ ਨੇ ਕਦੇ ਨਹੀਂ ਮੋੜਿਆ। ਪੂਰਾ ਇਤਿਹਾਸ ਅਸੀਂ ਪੜ੍ਹ ਕੇ ਦੇਖਦੇ ਹਾਂ, ਕਿਧਰੇ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਦਾ ਅੱਖਾਂ ਨਹੀਂ ਮੋੜਿਆ, ਹਮੇਸ਼ਾ ਉਸ ਦੇ ਅੱਗੇ ਸਿਰ ਨਿਵਾ ਦਿੰਦੇ ਸਨ। ਅੱਛਾ ਬੇਬੇ, ਜੋ ਤੂੰ ਕਹਿੰਦੀ ਉਹੀ ਠੀਕ ਹੈ। ਖੈਰ ਬੇਬੇ ਨੂੰ ਪਤਾ ਲੱਗ ਗਿਆ ਕਿ ਹੁਣ ਮੈਂਟਲੀ ਇਹ ਪ੍ਰਪੇਅਰ ਹੋ ਗਏ ਨੇ। ਹੁਣ ਜਦੋਂ ਉਸਨੇ ਗੱਲ ਮੂੰਹੋਂ ਕੱਢੀ ਕਿ ਹੁਣ ਅਸੀਂ ਨਾਨਕ ਦੀ ਸ਼ਾਦੀ ਕਰਨੀ ਹੈ ਅਤੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਜ਼ਰੂਰੀ ਗੱਲ ਹੈ, ਰਿਸ਼ਤੇ ਤਾਂ ਆਉਣ ਗਏ, ਕਿਉਂਕਿ ਬੇਬੇ ਨਾਨਕੀ ਦਾ ਬੜੀ ਪੋਜੀਸ਼ਨ ਅੱਛੀ ਸੀ, ਔਰ ਗੁਰੂ ਨਾਨਕ ਦੇਵ ਜੀ ਦੀ ਉੱਥੋਂ ਦੀ ਰੈਪੂਟੇਸ਼ਨ ਜਿਹੜੀ ਸੀ ਉਹ ਬੜੀ ਅੱਛੀ ਹੋ ਚੁੱਕੀ ਸੀ। ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਹੁਣ ਉੱਥੇ ਇਸ ਤਰ੍ਹਾਂ ਸੀ ਕਿ ਭਾਈ ਜੈ ਰਾਮ ਜੀ ਇੱਧਰ ਤੇ ਰਾਏ ਭੋਏ ਤਲਵੰਡੀ ਆਉਂਦੇ ਸਨ ਆਪਣਾ ਹਿਸਾਬ ਕਿਤਾਬ ਦੱਸਣ ਵਾਸਤੇ, ਅਤੇ ਉੱਧਰ ਥੋੜ੍ਹੀ ਦੂਰ ਇੱਕ ਹੋਰ ਪਿੰਡ ਸੀ ਪੱਖੋ ਕੇ, ਉੱਥੇ ਵੀ ਜਾਂਦੇ ਸਨ ਆਪਣਾ ਹਿਸਾਬ ਕਿਤਾਬ ਚੈੱਕ ਕਰਨ ਵਾਸਤੇ, ਉੱਥੇ ਵੀ ਉਹ ਜਾਂਦੇ ਸਨ। ਉੱਥੇ ਇੱਕ ਜਿਹੜਾ ਸੀ ਪਟਵਾਰੀ, ਉੱਥੋਂ ਦਾ ਜਿਹੜਾ ਪਟਵਾਰੀ ਸੀ ਉਹਦਾ ਨਾਮ ਸੀ ਮੂਲ ਚੰਦ। ਉਹ ਮੂਲ ਚੰਦ ਦੇ ਘਰ ਜਾਂਦੇ ਸਨ ਅਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਸਨ। ਹੁਣ ਦੇਖੋ, ਪਰਖੂ ਨਜ਼ਰ ਜਿਹੜੀ ਹੁੰਦੀ ਹੈ ਉਹ ਕਿਸੇ ਨਾ ਕਿਸੇ ਬੱਚੇ 'ਤੇ ਪੈ ਜਾਂਦੀ ਹੈ। ਭਾਈ ਜੈ ਰਾਮ ਜੀ ਨੇ ਕੀ ਦੇਖਿਆ ਕਿ ਉਹਨਾਂ ਦੇ ਘਰ ਜਿਹੜੀ ਬੱਚੀ ਹੈ, ਸੁਲੱਖਣੀ ਉਹਦਾ ਨਾਮ ਹੈ, ਭਈ ਉਹ ਲੜਕੀ ਤਾਂ ਬੜੀ ਸੁਸ਼ੀਲ ਹੈ, ਬੜੀ ਸੁੰਦਰ ਹੈ, ਬੜੀ ਸੁਸ਼ੀਲ ਹੈ। ਜ਼ਰੂਰੀ ਗੱਲ ਹੈ ਕਿ ਜਦੋਂ ਬਜ਼ੁਰਗ ਬੰਦਾ, ਵੱਡਾ ਬੰਦਾ ਕਿਸੇ ਦੇ ਘਰ ਦਿਖਦਾ ਹੈ, ਬੱਚੀ ਅੱਛੀ ਲੱਗਦੀ ਹੈ, ਅਤੇ ਰਿਸ਼ਤੇ ਇਸ ਤਰ੍ਹਾਂ ਹੀ ਹੁੰਦੇ ਨੇ। ਅੱਜ ਵਾਲਾ ਜ਼ਮਾਨਾ ਨਹੀਂ ਹੈ। ਅੱਜ ਵਾਲਾ ਜ਼ਮਾਨਾ ਉਦੋਂ ਨਹੀਂ ਸੀ ਕਿ ਰਿਸ਼ਤੇ ਵਾਸਤੇ ਤੁਸੀਂ ਉੱਥੇ ਇੰਟਰਨੈਟ 'ਤੇ ਜਾਓ, ਤੁਸੀਂ ਰਿਸ਼ਤੇ ਵਾਲਿਆਂ ਕੋਲ ਜਾਓ, ਤੁਸੀਂ ਪੈਸੇ ਦੇ ਕੇ ਰਿਸ਼ਤੇ ਕਰਾਓ, ਬਿਲਕੁਲ ਨਹੀਂ। ਉਦੋਂ ਇਸੇ ਤਰ੍ਹਾਂ ਹੀ ਅੱਛੇ ਬੱਚਿਆਂ 'ਤੇ ਨਜ਼ਰ ਜਿਵੇਂ ਪੈਂਦੀ ਸੀ, ਅਤੇ ਉਸੇ ਤਰੀਕੇ ਨਾਲ ਵੱਡਿਆਂ ਦੇ ਕਹਿਣ 'ਤੇ ਰਿਸ਼ਤੇ ਹੋ ਜਾਂਦੇ ਸਨ। ਸੋ ਭਾਈ ਜਿਹੜੇ ਜੈ ਰਾਮ ਜੀ ਸਨ, ਉਹਨਾਂ ਨੇ ਇੱਕ ਦੋ ਵਾਰੀ ਜਦੋਂ ਗਏ ਅਤੇ ਉਹਨਾਂ ਨੇ ਨੋਟ ਕੀਤਾ ਕਿ ਮੂਲ ਚੰਦ ਦੀ ਜਿਹੜੀ ਬੇਟੀ ਹੈ ਉਹ ਸੁਲੱਖਣੀ, ਬਈ ਉਹ ਤਾਂ ਬੜੀ ਅੱਛੀ ਹੈ, ਬੜੀ ਸੁਸ਼ੀਲ ਹੈ, ਬੜੀ ਸੁੰਦਰ ਹੈ, ਅਤੇ ਕਿਉਂ ਨਾ ਉਹਦਾ ਰਿਸ਼ਤਾ ਨਾਨਕ ਨਾਲ ਕਰ ਦਿੱਤਾ ਜਾਏ। ਉਹਨਾਂ ਨੇ ਘਰ ਆ ਕੇ ਗੱਲ ਕੀਤੀ ਕਿ ਬੇਬੇ ਨਾਨਕੀ ਦੇ ਨਾਲ ਕਿ ਕਿਉਂ ਨਾ ਉਹਨਾਂ ਦਾ ਰਿਸ਼ਤਾ ਕਰ ਦਿੱਤਾ ਜਾਏ। ਖੈਰ ਉੱਥੇ ਕੁਝ ਸ਼ਾਇਦ ਹਿੰਟ ਭਾਈ ਮੂਲ ਚੰਦ ਨੂੰ ਵੀ ਮਿਲ ਗਿਆ ਹੋਵੇਗਾ। ਸੋ ਉਹਨਾਂ ਨੇ ਮਾਤਾ ਸੁਲੱਖਣੀ ਦੇ ਮਾਪਿਓ ਨੇ ਸਲਾਹ ਕੀਤੀ ਅਤੇ ਉਹ ਆ ਗਏ ਬੇਬੇ ਨਾਨਕੀ ਦੇ ਨਾਲ ਗੱਲਬਾਤ ਕਰਨ ਵਾਸਤੇ ਕਿ ਹੁਣ ਦੱਸੋ, ਜੇ ਤੁਸੀਂ ਸ਼ਾਦੀ ਕਰਨੀ ਹੈ ਤਾਂ ਕਿਸ ਤਰ੍ਹਾਂ ਅਗਲੀ ਗੱਲਬਾਤ ਜਿਹੜੀ ਸਾਰੀ ਹੈ ਉਹ ਕਿਹਦੇ ਨਾਲ ਹੋਣੀ ਸੀ? ਬੇਬੇ ਨਾਨਕੀ ਨਾਲ ਹੀ ਹੋਣੀ ਸੀ। ਨੈਚੁਰਲੀ ਜਦ ਸਾਰਾ
ਕੰਮ ਸ਼ੁਰੂ ਤੋਂ ਉਹੀ ਕਰਦੀ ਜਾ ਰਹੀ ਹੈ ਤੇ ਉਹਦੇ ਨਾਲ ਹੀ ਗੱਲਬਾਤ ਸਾਰੀ ਕਰਨੀ ਸੀ ਤੇ ਉਸ ਦੇ ਕਹਿਣ 'ਤੇ ਹੀ ਇਹ ਕੰਮ ਸਿਰੇ ਚੜ੍ਹਨਾ ਸੀ। ਇਹ ਉਹਨਾਂ ਨੂੰ ਸਮਝ ਆ ਗਈ ਸੀ। ਸੋ ਉਹ ਜਦੋਂ ਆ ਗਏ, ਕਿੱਥੇ ਆਏ? ਸੁਲਤਾਨਪੁਰ ਲੋਧੀ, ਬੇਬੇ ਨਾਨਕੀ ਦੇ ਘਰ। ਬੇਬੇ ਨਾਨਕੀ ਦੇ ਘਰ ਆ ਕੇ ਤੇ ਉਹਨਾਂ ਨੇ ਕਿਹਾ ਕਿ ਜੇ ਨਾਨਕ ਦਾ ਰਿਸ਼ਤਾ ਕਰਨਾ ਹੈ ਤੇ ਅਸੀਂ ਸਾਡੀ ਬੇਟੀ ਜਿਹੜੀ ਹੈ ਅਸੀਂ ਉਹਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ। ਇੱਕ ਚੀਜ਼ ਜੋ ਬੇਬੇ ਨਾਨਕੀ ਨੇ ਨੋਟ ਕੀਤੀ ਹੋਏ ਕਿ ਮੂਲ ਚੰਦ ਜੀ ਤਾਂ ਬਹੁਤ ਹੀ ਮਨੋਂ ਬਿਲਕੁਲ ਪੱਕਾ ਸੋਚ ਕੇ ਆਏ ਸਨ ਕਿ ਰਿਸ਼ਤਾ ਮੈਂ ਕਰਨਾ ਹੈ, ਲੇਕਿਨ ਉਹਨਾਂ ਦੀ ਪਤਨੀ, ਉਸਦਾ ਨਾਮ ਸੀ ਚੰਦੋ ਰਾਣੀ, ਮਤਲਬ ਮਾਤਾ ਸੁਲੱਖਣੀ ਦੀ ਮਾਤਾ ਜੀ ਦਾ ਨਾਮ ਸੀ ਚੰਦੋ ਰਾਣੀ। ਸੋ ਭੈਣ ਜੀ ਨੂੰ ਲੱਗਿਆ ਕਿ ਮਾਤਾ ਚੰਦੋ ਰਾਣੀ ਦੇ ਕੁਛ ਦੁਵਿਧਾ ਉਹਦੇ ਮਨ 'ਚ ਹੈ। ਮਾਵਾਂ ਦਾ ਹੁੰਦਾ ਹੀ ਹੈ, ਵੈਸੇ ਨੈਚੁਰਲ ਹੈ ਕਿ ਜਦੋਂ ਰਿਸ਼ਤਾ ਕਰੀਦਾ ਤੇ ਮਾਵਾਂ ਨੂੰ ਬੜੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ, ਉਹ ਬੜੇ ਧਿਆਨ ਉਹਨਾਂ ਨੂੰ ਆਉਂਦੇ ਨੇ, ਅੱਜ ਵੀ ਆਉਂਦੇ ਨੇ, ਇਹਦੇ 'ਚ ਕੋਈ ਨਵੀਂ ਗੱਲ ਨਹੀਂ ਹੈ। ਸੋ ਉਹਨਾਂ ਨੂੰ ਲੱਗਿਆ ਕਿ ਮਾਂ ਜਿਹੜੀ ਹੈ ਉਹ ਕੁਝ ਦੁਚਿੱਤੀ ਹੈ, ਪਿਤਾ ਜੀ ਤਿਆਰ ਨੇ ਲੇਕਿਨ ਮਾਂ ਥੋੜ੍ਹੀ ਦੁਚਿੱਤੀ ਹੈ। ਸੋ ਬੇਬੇ ਨਾਨਕੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹ ਦੂਰ ਪਾਰ ਦੇ ਕਿਸੇ ਰਿਸ਼ਤੇ ਤੋਂ ਉਹ ਭੂਆ ਵੀ ਲੱਗਦੀ ਸੀ, ਉਹ ਚੰਦੋ ਰਾਣੀ। ਸੋ ਬੇਬੇ ਨਾਨਕੀ ਨੇ ਉਹਨੂੰ ਸਾਰੀ ਗੱਲ ਸਮਝਾਈ ਕਿ ਤੁਸੀਂ ਬੇਫਿਕਰ ਹੋ ਕੇ ਰਿਸ਼ਤਾ ਕਰ ਦਿਓ। ਸਾਰੀਆਂ ਗੱਲਾਂ ਦੱਸੀਆਂ, ਇੱਕੋ ਇੱਕ ਮੇਰਾ ਵੀਰ ਹੈ, ਆਪਣੀ ਜ਼ਮੀਨ ਜਾਇਦਾਦ, ਆਪਣੇ ਪਿਤਾ ਜੀ ਦੀ ਪੋਜੀਸ਼ਨ, ਮੇਰੇ ਪਿਤਾ ਜੀ ਪਟਵਾਰੀ ਨੇ, ਸਾਰੀਆਂ ਗੱਲਾਂ ਜੋ ਅਟਰੈਕਟਿਵ ਚੀਜ਼ਾਂ ਸੀ ਉਹ ਸਾਰੀਆਂ ਉਸਨੇ ਦੱਸੀਆਂ ਕਿ ਇੱਕੋ ਇੱਕ ਮੇਰਾ ਵੀਰ ਹੈ ਔਰ ਉਹ ਦੁਨੀਆ ਨਾਲ ਅਲੱਗ ਹੈ, ਉਹ ਬਿਲਕੁਲ ਹੀ ਪਰਮਾਤਮਾ ਦਾ ਭੇਜਿਆ ਹੋਇਆ ਨਿਰੰਕਾਰ ਦਾ ਰੂਪ ਹੈ। ਬੜੀਆਂ ਤਾਰੀਫਾਂ ਕੀਤੀਆਂ, ਸਭ ਕੁਝ ਕੀਤਾ ਤੇ ਉਹ ਸੁਣਦੀ ਰਹੀ, ਚੰਦੋ ਰਾਣੀ ਜੀ ਸੁਣਦੀ ਰਹੀ। ਪਰ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਉਸਦੇ ਮਨ ਦੇ ਵਿੱਚ ਅਜੇ ਵੀ ਸ਼ੰਕਾ ਰਹੀ ਕਿ ਇਸ ਦਾ ਆਪਣਾ ਘਰ-ਬਾਰ ਕੋਈ ਨਹੀਂ, ਇਹ ਕਿਸ ਤਰ੍ਹਾਂ ਹੋਏਗਾ, ਕਿਵੇਂ ਰਹੇਗਾ। ਸੋ ਬੇਬੇ ਨਾਨਕੀ ਨੇ ਸਾਰੇ ਸ਼ੰਕਾ ਦੂਰ ਕਰ ਦਿੱਤੀਆਂ ਕਿ ਮੈਂ ਇਸ ਨੂੰ ਅਲੱਗ ਘਰ ਵਸਾ ਕੇ ਦਿਆਂਗੀ ਔਰ ਤੁਹਾਡੀ ਬੇਟੀ ਉੱਥੇ ਬੜੇ ਸੁੱਖ ਰਾਤ ਜਾਏਗੀ, ਉਸ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਆਏਗੀ, ਮੈਂ ਜ਼ਿੰਮੇਵਾਰ ਹਾਂ। ਕੋਈ ਨਾ ਕੋਈ ਜਦ ਤੱਕ ਜ਼ਿੰਮੇਵਾਰ ਨਹੀਂ ਬਣਦਾ ਤਦ ਤੱਕ ਰਿਸ਼ਤਾ ਨਹੀਂ ਹੁੰਦਾ, ਇਹ ਸਭ ਨੂੰ ਪਤਾ ਹੈ। ਵਿਚਕਾਰ ਕੋਈ ਨਾ ਕੋਈ ਬੰਦਾ ਜ਼ਿੰਮਾ ਲੈਂਦਾ ਅਤੇ ਤਾਂ ਹੀ ਰਿਸ਼ਤੇ ਜਿਹੜੇ ਨੇ ਸਿਰੇ ਚੜ੍ਹਦੇ ਨੇ। ਸੋ ਬੇਬੇ ਨਾਨਕੀ ਦੇ ਕਹਿਣ 'ਤੇ ਸੋ ਸਾਰੀਆਂ ਗੱਲਾਂ ਵਿੱਚੋਂ ਇੱਕੋ ਗੱਲ ਜਿਹੜੀ ਸੀ ਉਹ ਚੰਦੋ ਰਾਣੀ ਨੂੰ ਅਪੀਲ ਕਰ ਰਹੀ ਸੀ, ਜਾਂ ਇੱਕ ਗੱਲ 'ਤੇ ਉਹ ਸੋਚ ਰਹੀ ਸੀ ਕਿ ਬਈ ਬੜੇ ਪੈਸੇ ਵਾਲੇ ਲੋਕ ਨੇ, ਪਟਵਾਰੀ, ਪਿਓ ਪਟਵਾਰੀ ਹੈ ਔਰ ਉੱਥੇ ਰਾਏਪੁਰੇ ਦੀ ਤਲਵੰਡੀ 'ਚ ਇਹਨਾਂ ਦੀ ਜ਼ਮੀਨਾਂ ਜਾਇਦਾਦਾਂ ਨੇ। ਸੋ ਇਸ ਚੀਜ਼ ਨੂੰ ਉਸਨੂੰ ਅਟਰੈਕਟ ਕੀਤਾ ਅਤੇ ਉਹਨੇ ਕਿਹਾ ਚਲੋ ਠੀਕ ਹੈ ਕਰ ਦਿੰਦੇ ਹਾਂ ਰਿਸ਼ਤਾ। ਖੈਰ ਜੀ ਰਿਸ਼ਤਾ ਹੋ ਗਿਆ। ਵਿਆਹ ਦੀ ਤਰੀਕ ਜਿਹੜੀ ਉਹ ਰੱਖੀ ਗਈ। ਮਾਤਾ ਪਿਤਾ ਨੂੰ ਬੁਲਾਇਆ ਗਿਆ ਕਿੱਥੇ? ਸੁਲਤਾਨਪੁਰ ਲੋਧੀ। ਔਰ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਿਹੜੀ ਬਰਾਤ ਗਈ ਸੀ ਉਹ ਕਿੱਥੋਂ ਗਈ ਸੀ? ਉਹ ਸੁਲਤਾਨਪੁਰ ਲੋਧੀ ਤੋਂ ਚੜੀ ਸੀ ਬਰਾਤ, ਰਾਏਪੁਰੇ ਦੀ ਤਲਵੰਡੀ ਤੋਂ ਨਹੀਂ ਚੜੀ ਸੀ, ਸੁਲਤਾਨਪੁਰ ਲੋਧੀ ਤੋਂ ਬਰਾਤ ਚੜੀ ਅਤੇ ਗਈ ਕਿੱਥੇ? ਬਟਾਲੇ, ਜਿੱਥੇ ਮਾਤਾ ਸੁਲੱਖਣੀ ਦਾ ਘਰ ਸੀ। ਜ਼ਰੂਰੀ ਗੱਲ ਹੈ ਬਰਾਤ ਉੱਥੇ ਹੀ ਜਾਣੀ ਸੀ ਨਾ। ਹੁਣ ਬਰਾਤ ਦੇ ਵੇਲੇ ਹੁਣ ਮਹਾਰਾਜ ਨੇ ਹਾਂ ਤਾਂ ਕਰ ਦਿੱਤੀ ਸੀ, ਸ਼ਾਦੀ ਵਾਸਤੇ ਹਾਂ ਤਾਂ ਕਰ ਦਿੱਤੀ ਸੀ। ਸੋ ਸ਼ਾਦੀ ਤਾਂ ਉਹਨੂੰ ਹੋਣੀ ਸੀ। ਸੋ ਉਹਨਾਂ ਨੇ ਬਰਾਤ ਦੇ ਵੇਲੇ ਬਿਲਕੁਲ ਕੋਈ ਇਸ ਗੱਲ ਦਾ ਧਿਆਨ ਨਹੀਂ ਕੀਤਾ। ਜੋ ਵੀ ਗਰੀਬ ਅਮੀਰ ਜਿਹੜਾ ਵੀ ਮਿਲਿਆ ਉਹਨਾਂ ਕਿ ਇਹ ਵੀ ਜਾਏਗਾ, ਇਹ ਵੀ ਜਾਏਗਾ, ਇਹ ਵੀ ਜਾਏਗਾ, ਮੇਰੇ ਨਾਲ ਇਹ ਵੀ ਜਾਏਗਾ। ਸੋ ਉਸ ਨੇ ਕੋਈ ਉਹਨਾਂ ਨੇ ਕਿਸੇ ਤਰੀਕੇ ਨਾਲ ਫਰਕ ਊਚ ਨੀਚ ਦਾ, ਜਾਤ ਪਾਤ ਦਾ ਨਹੀਂ ਕੀਤਾ। ਸਾਰਿਆਂ ਨੂੰ ਨਾਲ ਲੈ ਕੇ ਟੁਰ ਪਏ, ਸਾਰਿਆਂ ਨੂੰ ਨਾਲ ਲੈ ਕੇ ਚਲੇ ਗਏ ਅਤੇ ਉਹ ਬਰਾਤ ਪਹੁੰਚੀ ਕਿੱਥੇ? ਬਟਾਲੇ। ਹੁਣ ਬਰਾਤ ਦੇਖ ਕੇ ਅਤੇ ਬਟਾਲੇ ਦੇ ਲੋਕ ਤਾਂ ਬੜੇ ਹੈਰਾਨ, ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਬੜਾ ਅਮੀਰ ਹੈ ਜੀ, ਬੜਾ ਪਟਵਾਰੀ ਦਾ ਪੁੱਤਰ ਹੈ, ਅਤੇ ਬਰਾਤ ਕੀ ਲਿਆਇਆ? ਭੁੱਖੇ ਨੰਗੇ ਸਾਧੂ ਸੰਤ ਜਿਹੜੇ ਸਨ, ਇਹ ਬਰਾਤ ਕਿਹੋ ਜਿਹੀ ਆਈ ਹੈ? ਇਹ ਬਰਾਤ ਤਾਂ ਅੱਛੀ ਨਹੀਂ ਆਈ, ਲੋਕਾਂ ਨੂੰ ਪਸੰਦ ਨਹੀਂ ਆਈ ਬਰਾਤ। ਖੈਰ ਪਰ ਗੁਰੂ ਨਾਨਕ ਦੇ ਤੇ ਚੋਜ ਆਪਣੀ ਕਿਸਮ ਦੇ ਸਨ ਨਾ। ਸੋ ਉੱਥੇ ਗਏ, ਘਰ ਦੇ ਬਾਹਰ, ਪਿੰਡ ਦੇ ਬਾਹਰ ਜਗ੍ਹਾ ਜਿੱਥੇ ਉਤਾਰਾ ਕੀਤਾ, ਉੱਥੇ ਜਾ ਕੇ ਅਤੇ ਮਹਾਰਾਜ ਬੈਠ ਗਏ ਇੱਕ ਜਗ੍ਹਾ ਦੇ ਉੱਤੇ। ਜੇ ਬੈਠਣ ਲੱਗੇ ਅਤੇ ਦੀਵਾਰ ਦੀ ਟੇਕ ਲਈ, ਇੱਕ ਦੀਵਾਰ ਸੀ ਉੱਥੇ, ਦੀਵਾਰ ਦੀ ਟੇਕ ਲਗਾ ਕੇ ਉੱਥੇ ਬੈਠ ਗਏ। ਉਹਨਾਂ ਨੂੰ ਇਹ ਤਾਂ ਹੈ ਹੀ ਨਹੀਂ ਸੀ ਕਿ ਮੇਰੇ ਵਾਸਤੇ ਕੋਈ ਅਲੱਗ ਸਿੰਘਾਸਨ ਰੱਖਿਆ ਹੋਏਗਾ ਜਾਂ ਮੇਰੇ ਵਾਸਤੇ ਕੋਈ ਅਲੱਗ ਕੀਤਾ ਹੋਏਗਾ। ਅੱਜ ਦੀ ਤਰ੍ਹਾਂ ਨਹੀਂ ਸੀ ਸਜਾਵਟ ਵਾਲਾ ਹਿਸਾਬ। ਸੋ ਦੀਵਾਰ ਦੇ ਕੋਲ ਜਾ ਕੇ ਬੈਠ ਗਏ। ਇੱਕ ਬਜ਼ੁਰਗ ਮਾਤਾ ਆਈ ਅਤੇ ਉਹ ਕਹਿਣ ਲੱਗੀ, ਪੁੱਤਰ ਇਹ ਦੀਵਾਰ ਦੇ ਨਾਲ ਤੂੰ ਨਾ ਬੈਠ, ਇਹ ਦੀਵਾਰ ਕੱਚੀ ਹੈ ਅਤੇ ਤੂੰ ਜ਼ਰਾ ਜਿਹੀ ਪਿੱਛੇ ਇਹਨੂੰ ਟੇਕ ਲਗਾਉਣੀ ਅਤੇ ਦੀਵਾਰ ਟੁੱਟ ਜਾਏਗੀ, ਗਿਰ ਜਾਏਗੀ। ਅਤੇ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਸਹਿਜ ਸੁਭਾਅ ਕੀ ਨਿਕਲਿਆ, ਮਾਤਾ ਜੀ ਤੁਸੀਂ ਚਿੰਤਾ ਨਾ ਕਰੋ, ਇਹ ਦੀਵਾਰ ਤਾਂ ਸਦੀਆਂ ਤੱਕ ਨਹੀਂ ਟੁੱਟੇਗੀ, ਇਹ ਦੀਵਾਰ ਕਿਤੇ ਨਹੀਂ ਜਾਏਗੀ, ਇਹ ਦੀਵਾਰ ਸਦੀਆਂ ਤੱਕ ਰਹੇਗੀ। ਔਰ ਵਾਕਈ ਦੇਖੋ ਉਹ ਕੰਧ ਅੱਜ ਤੱਕ ਵੀ ਉੱਥੇ ਹੈਗੀ ਹੈ। ਅੱਜ ਤੱਕ ਵੀ ਅਸੀਂ ਉੱਥੇ ਜਾਂਦੇ ਹਾਂ ਬਟਾਲੇ, ਔਰ ਉੱਥੇ ਅਸੀਂ ਦੇਖਦੇ ਹਾਂ ਕੰਧ ਸਾਹਿਬ, ਗੁਰਦੁਆਰਾ ਕੰਧ ਸਾਹਿਬ। ਹਾਲਾਂਕਿ ਉਹ ਕੰਧ ਜਿਹੜੀ ਹੈ ਪਹਿਲੇ ਬੜੀ ਉੱਚੀ ਸੀ, ਲੇਕਿਨ ਹੌਲੀ ਹੌਲੀ ਕੀ ਹੋਇਆ, ਜ਼ਮੀਨ ਦਾ ਲੈਵਲ ਉੱਚਾ ਹੁੰਦਾ ਗਿਆ ਔਰ ਕੰਧ ਵਿੱਚ ਜ਼ਮੀਨ ਦੇ ਵਿੱਚ ਧੱਸਦੀ ਗਈ ਅਤੇ ਹੁਣ ਸ਼ਾਇਦ 8-10 ਫੁੱਟ ਹੀ ਹੋ ਰਹਿ ਗਈ ਹੈ। ਲੇਕਿਨ ਉਸ ਕੰਧ ਦੇ ਆਸ-ਪਾਸ ਬਹੁਤ ਵੱਡਾ ਗੁਰਦੁਆਰਾ ਹੈ ਜਿਸਦਾ ਨਾਮ ਹੈ ਕੰਧ ਸਾਹਿਬ। ਸੋ ਉਸ ਕੰਧ ਸਾਹਿਬ ਦੇ ਵਿੱਚ ਹਰ ਸਾਲ ਇਹ ਸਮਾਗਮ ਜਿਹੜਾ ਬਾਬੇ ਦਾ ਵਿਆਹ ਜਿਹੜਾ ਉੱਥੇ ਮਨਾਇਆ ਜਾਂਦਾ ਹੈ। ਕੰਧ ਸਾਹਿਬ ਬਹੁਤ ਵੱਡਾ ਸਮਾਗਮ ਹੁੰਦਾ ਹੈ ਔਰ ਉਸ ਜਗ੍ਹਾ ਦੇ ਉੱਤੇ ਉਹ ਦੀਵਾਰ ਜਿਹੜੀ ਅਜੇ ਵੀ
ਇਤਿਹਾਸਕ ਨਿਸ਼ਾਨੀ ਦੇ ਤੌਰ ਤੇ ਉਸ ਨੂੰ ਮੇਨਟੇਨ ਕੀਤਾ ਹੋਇਆ, ਲੇਕਿਨ ਬੜਾ ਉਹ ਛੋਟਾ ਜਿਹਾ ਹਿੱਸਾ ਹੈ। ਕਦੀ ਤਸਵੀਰਾਂ ਵੀ ਦੇਖੀ ਹੋਏਗੀ, ਉਹਦੇ ਆਸ-ਪਾਸ ਸ਼ੀਸ਼ੇ ਦਾ ਫਰੇਮ ਬਣਾ ਦਿੱਤਾ ਗਿਆ ਤਾਂ ਕਿ ਲੋਕ ਜਿਹੜੇ ਦਰਸ਼ਨ ਕਰ ਸਕਣ। ਸੋ ਉਹ ਉਸ ਗੁਰਦੁਆਰੇ ਦੇ ਕਦੀ ਮੌਕਾ ਲੱਗੇ ਤਾਂ ਜ਼ਰੂਰ ਜਾ ਕੇ ਦਰਸ਼ਨ ਕਰੀਏ। ਕੰਧ ਸਾਹਿਬ ਗੁਰਦੁਆਰੇ ਦੇ, ਉਹ ਨਾਮ ਹੀ ਕੰਧ ਸਾਹਿਬ ਹੈ। ਅਤੇ ਉਹ ਕੰਧ ਕਿੱਥੋਂ ਹੈ? ਮਹਾਰਾਜ ਨੇ ਕਿਹਾ ਸੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ, ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ ਔਰ ਇਹ ਸਦੀਆਂ ਤੱਕ ਰਹੇਗੀ। ਉਹ ਮਾਤਾ ਵਿਚਾਰੀ ਚੁੱਪ ਹੋ ਗਈ, ਜਿਹਨੇ ਮਾਤਾ ਨੇ ਕਿਹਾ ਸੀ ਨਾ ਕਾਕਾ ਇੱਥੇ ਨਾ ਬੈਠ, ਇਹ ਕੰਧ ਗਿਰ ਜਾਏਗੀ। ਤਾਂ ਮਹਾਰਾਜ ਨੇ ਕਿਹਾ ਸੀ ਨਹੀਂ, ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ ਔਰ ਇਹ ਸਦੀਆਂ ਤੱਕ ਰਹੇਗੀ। ਸੋ ਉਸ ਤੋਂ ਬਾਅਦ ਬਰਾਤ ਚਲੀ ਗਈ ਅਤੇ ਜਦੋਂ ਰੋਟੀ ਖਾਣ ਲੱਗੇ, ਬਰਾਤਾਂ ਜਾਣ ਤੋਂ ਬਾਅਦ ਉਸ ਤੋਂ ਬਾਅਦ ਰੋਟੀ ਖਾਣ ਦਾ ਸਮਾਂ ਆਇਆ ਅਤੇ ਮਹਾਰਾਜ ਨੇ ਕਿਹਾ ਪੰਗਤਾਂ ਲਾ ਕੇ ਬਹਿ ਜਾਓ, ਸਾਰੇ ਪੰਗਤਾਂ ਲਾ ਕੇ ਬਹਿ ਜਾਓ। ਉਹ ਸਾਰੇ ਜੋ ਗਰੀਬ ਗੁਰਬਾ ਫਕੀਰ ਜਿਨ੍ਹਾਂ ਨੂੰ ਨਾਲ ਲੈ ਕੇ ਗਏ ਸੀ, ਸਾਰਿਆਂ ਨੂੰ ਉਹਨਾਂ ਨੇ ਕਿਹਾ ਇਹ ਪੰਗਤਾਂ ਦੇ ਵਿੱਚ ਬੈਠ ਕੇ ਰੋਟੀ ਖਾਣਗੇ। ਸੋ ਉਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ ਗਿਆ ਪੰਗਤ ਵਿੱਚ ਬਿਠਾ ਕੇ, ਔਰ ਕਿਸੇ ਨੂੰ ਬਿਲਕੁਲ ਇਹ ਨਹੀਂ, ਕਿਸੇ ਨਾਲ ਨਫ਼ਰਤ ਨਹੀਂ ਕੀਤੀ ਗਈ ਕਿ ਇਹਦੇ ਪਾਟੇ ਕੱਪੜੇ ਨੇ, ਇਹ ਤਾਂ ਬੜਾ ਗਰੀਬ ਹੈ, ਇਹ ਕਿੱਥੋਂ ਆ ਗਿਆ, ਇਹ ਤਾਂ ਗੁਰੂ ਨਾਨਕ ਦਾ ਵਾਕਫ ਹੀ ਨਹੀਂ ਸੀ। ਅੱਜ ਅਸੀਂ ਬਰਾਤਾਂ ਲੈ ਕੇ ਜਾਂਦੇ ਹਾਂ, 10-10 ਵਾਲੀ ਲਿਸਟਾਂ ਬਣਾਉਂਦੇ ਹਾਂ ਕਿ ਕਿਸ ਨੂੰ ਲੈ ਕੇ ਜਾਣਾ, ਨਾਲ ਕਿਹਨੂੰ ਲੈ ਕੇ ਜਾਣਾ। ਫਿਰ ਉਸ ਤੋਂ ਬਾਅਦ ਸਾਨੂੰ ਪਤਾ ਹੁੰਦਾ ਕਿ ਹਾਂ ਜਿਹਨੂੰ ਲੈ ਕੇ ਚੱਲਿਆ ਉਹਦਾ ਕੀ ਰੀਜ਼ਨ ਹੈ, ਉਹਦਾ ਕੀ ਸਾਡੇ ਨਾਲ ਰਿਸ਼ਤਾ ਹੈ, ਜਾਂ ਸਾਡਾ ਕੀ ਪ੍ਰੇਮ ਪਿਆਰ ਹੈ, ਸਾਡੀ ਫਰੈਂਡਸ਼ਿਪ ਹੈ, ਕੁਛ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇਹ ਚੀਜ਼ ਨਹੀਂ ਸੋਚੀ, ਉਹਨਾਂ ਨੇ ਜਿੰਨੇ ਵੀ ਸਾਰੇ ਉਹ ਆਪਣੇ ਨਾਲ ਲੈ ਲਏ। ਸੋ ਉਹ ਬੜੇ ਹੈਰਾਨ ਸਨ ਉੱਥੋਂ ਵਾਲੇ ਲੋਕ, ਬਟਾਲੇ ਵਾਲੇ, ਕਿ ਇਹ ਕਿਹੋ ਜਿਹੀ ਬਰਾਤ ਆ ਗਈ ਹੈ। ਖੈਰ ਬਰਾਤ ਦਾ ਸਮਾਂ ਨਿਕਲਿਆ ਅਤੇ ਫਿਰ ਵਾਰੀ ਆਈ ਕਿਸ ਦੀ? ਫੇਰੇ ਕਰਾਉਣ ਦੀ। ਉਸ ਵਕਤ ਤੱਕ ਫੇਰੇ ਜਿਹੜੇ ਸਨ ਉਹ ਵੇਦੀ ਦੇ ਹੁੰਦੇ ਸਨ। ਉਹ ਵੇਦੀ ਦੇ ਚਾਰੋਂ ਪਾਸੇ ਹੀ ਜਿਹੜੀਆਂ ਸੀ ਉਹ ਲਾਵਾਂ ਲਈਆਂ ਜਾਂਦੀਆਂ ਸੀ ਕਿ ਸੋ ਉਹ ਵੇਦੀ ਦੇ ਇੰਤਜ਼ਾਮ ਜਦੋਂ ਕਰਨ ਲੱਗੇ ਅਤੇ ਮਹਾਰਾਜ ਨੇ ਕਿਹਾ ਮੈਂ ਤਾਂ ਵੇਦੀ ਦੇ ਆਸ-ਪਾਸ ਤੁਸੀਂ ਅੱਗ ਬਾਲੋਗੇ ਵਿਚਕਾਰ ਅਤੇ ਉਹਦੇ ਆਸ-ਪਾਸ ਮੇਰੇ ਫੇਰੇ ਕਰਾਓਗੇ, ਮੈਂ ਨਹੀਂ ਕਰਾਉਣੇ। ਉੱਥੇ ਵੀ ਦੇਖੋ ਗੁਰੂ ਮਹਾਰਾਜ ਨੇ ਸ਼ੁਰੂ ਤੋਂ ਪਹਿਲੇ ਜਿੱਥੋਂ ਬਚਪਨ ਤੋਂ ਹੀ ਕਿੱਥੋਂ ਸ਼ੁਰੂ ਹੁੰਦੀ, ਜਨੇਊ ਦੀ ਗੱਲ ਹੋਈ ਤਾਂ ਉਹਨੇ ਕਿਹਾ ਮੈਂ ਜਨੇਊ ਨਹੀਂ ਪਾਉਣਾ। ਸੋ ਇੱਥੇ ਵੀ ਉਹਨਾਂ ਨੇ ਕਿਹਾ ਕਿ ਅੱਗ ਦੇ ਆਸ-ਪਾਸ ਮੈਂ ਫੇਰੇ ਨਹੀਂ ਲੈਣੇ। ਇੱਥੇ ਦੇਖੋ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਘਟਨਾ ਹੈ ਜਿਸ ਦੀ ਇੰਪੋਰਟੈਂਸ ਹੈ ਗੁਰੂ ਨਾਨਕ ਦੇ ਵਿਆਹ ਦੇ ਵਿੱਚ, ਇੱਕ ਬਹੁਤ ਵੱਡੀ ਘਟਨਾ ਜਿਸ ਦੀ ਅਸੀਂ ਅੱਗੇ ਕਦੀ ਧਿਆਨ ਨਹੀਂ ਦਿੱਤਾ। ਲੇਕਿਨ ਗੁਰੂ ਮਹਾਰਾਜ ਨੇ ਉਸ ਚੀਜ਼ ਨੂੰ ਖੰਡਨ ਕਰਕੇ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਕਿਹੋ ਜਿਹੇ ਫੇਰੇ ਕਰਾਓਗੇ, ਫੇਰੇ ਕਿਵੇਂ ਕਰਾਂ? ਫੇਰੇ ਤਾਂ ਕਰਾਣੇ ਹੀ ਨੇ, ਜਦ ਤੱਕ ਆਨੰਦ ਕਾਰਜ ਨਹੀਂ ਹੋਏਗਾ, ਫੇਰੇ ਨਹੀਂ ਹੋਣਗੇ, ਤਦ ਤੱਕ ਵਿਆਹ ਤਾਂ ਸਫਲ ਨਹੀਂ ਹੋਏਗਾ। ਸੋ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਇੱਕ ਪੀੜ੍ਹੀ ਲਿਆਓ। ਅੱਜ ਤਾਂ ਬੱਚਿਆਂ ਨੂੰ ਅਸੀਂ ਕਹੀਏ ਨਾ ਪੀੜ੍ਹੀ, ਅਤੇ ਬੱਚਿਆਂ ਨੂੰ ਸ਼ਾਇਦ ਪੀੜ੍ਹੀ ਸਮਝ ਵੀ ਨਹੀਂ ਆਏਗੀ। ਅੱਗੇ ਸਾਡੇ ਘਰਾਂ ਵਿੱਚ ਤਾਂ ਸਭ ਘਰਾਂ 'ਚ ਪੀੜ੍ਹੀਆਂ ਹੁੰਦੀਆਂ ਸਨ, ਬਜ਼ੁਰਗ ਮਾਤਾਵਾਂ, ਨਾਨੀਆਂ, ਦਾਦੀਆਂ ਪੀੜ੍ਹੀ 'ਤੇ ਹੀ ਬੈਠਦੀਆਂ ਸਨ। ਸੋ ਉਹਨਾਂ ਨੇ ਕਿਹਾ ਇੱਕ ਪੀੜ੍ਹੀ ਲਿਆਓ। ਪੀੜ੍ਹੀ ਲਿਆਂਦੀ ਗਈ, ਪੀੜ੍ਹੀ ਲਿਆ ਕੇ ਉਸ ਦੇ ਉੱਤੇ ਸਾਫ਼ ਕੱਪੜਾ ਵਿਛਾਇਆ ਗਿਆ ਔਰ ਉਸ ਦੇ ਉੱਤੇ ਗੁਰੂ ਮਹਾਰਾਜ ਨੇ ਇੱਕ ਕਾਗਜ਼ ਮੰਗਵਾਇਆ, ਕਾਗਜ਼ ਦੇ ਉੱਤੇ ਮੂਲ ਮੰਤਰ ਲਿਖਿਆ, ਮੂਲ ਮੰਤਰ ਲਿਖ ਕੇ ਉਸ ਪੀੜ੍ਹੀ ਉੱਤੇ ਰੱਖਿਆ। ਉਸ ਪੀੜ੍ਹੀ ਉੱਤੇ ਮੂਲ ਮੰਤਰ ਲਿਖ ਕੇ ਅਤੇ ਉਹਨਾਂ ਨੇ ਕਿਹਾ ਹੁਣ ਫੇਰੇ ਕਰਾਓ। ਉੱਥੇ ਗੁਰੂ ਮਹਾਰਾਜ ਦੇ ਜਿਹੜੇ ਲਾਵਾਂ ਫੇਰੇ ਸਨ ਉਹ ਕਿਸ ਦੇ ਚਾਰੋਂ ਤਰਫ ਹੋਏ? ਅਗਨੀ ਦੇ ਚਾਰੋਂ ਤਰਫ ਨਹੀਂ, ਬਲਕਿ ਮੂਲ ਮੰਤਰ ਦੇ ਚਾਰੋਂ ਤਰਫ। ਇਹ ਮੈਂ ਹੈਰਾਨ ਹੋ ਗਈ ਇਤਿਹਾਸ ਵਿੱਚ ਇਹ ਗੱਲ ਪੜ੍ਹ ਕੇ ਕਿ ਇੱਕ ਤਰ੍ਹਾਂ ਨਾਲ ਗੁਰੂ ਮਹਾਰਾਜ ਨੇ ਆਨੰਦ ਕਾਰਜ ਦੀ, ਅਸਲੀ ਆਨੰਦ ਕਾਰਜ ਦੀ ਜਿਹੜੀ ਨੀਂਹ ਉੱਥੇ ਰੱਖੀ ਸੀ ਬਟਾਲੇ। ਆਪਣੇ ਵਿਆਹ ਤੋਂ ਹੀ ਉਹਨਾਂ ਨੇ ਬਦਲ ਦਿੱਤਾ ਕਿ ਅੱਗ ਦੇ ਚਾਰੋਂ ਤਰਫ ਫੇਰੇ ਨਹੀਂ ਲੈਣੇ, ਬਲਕਿ ਗੁਰਬਾਣੀ। ਔਰ ਫਿਰ ਦੇਖੋ ਸਮਾਂ ਪਾ ਕੇ ਉਸ ਤੋਂ ਬਾਅਦ ਮਹਾਰਾਜ ਨੇ ਤਾਂ ਇੰਨੀ ਰੱਖ ਦਿੱਤੀ ਇੱਕ ਤਰ੍ਹਾਂ ਨਾਲ। ਉਸ ਤੋਂ ਬਾਅਦ ਸਮਾਂ ਪਾ ਕੇ ਦੇਖੋ ਗੱਲ ਪਹੁੰਚੀ ਕਿੱਥੇ? ਗੁਰੂ ਰਾਮਦਾਸ ਜੀ ਮਹਾਰਾਜ, ਚੌਥੀ ਪਾਤਸ਼ਾਹੀ ਤੱਕ। ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੂਹੀ ਰਾਗ ਵਿੱਚ ਲਾਵਾਂ ਦੀ ਬਾਣੀ ਉਚਾਰੀ। ਸਭ ਨੂੰ ਪਤਾ ਹੈ ਕਿ ਲਾਵਾਂ ਦੀ ਬਾਣੀ ਉਚਾਰੀ ਸੀ ਕਿਸ ਨੇ? ਗੁਰੂ ਰਾਮਦਾਸ ਜੀ ਨੇ। ਔਰ ਗੁਰੂ ਰਾਮਦਾਸ ਜੀ ਦਾ ਬਚਪਨ ਤਾਂ ਸਭ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਬੀਤਿਆ ਸੀ, ਅਨਾਥ ਬੱਚੇ ਦੀ ਤਰ੍ਹਾਂ। ਉਹ ਸਾਰੇ ਕਹਿੰਦੇ ਸੀ ਕਿ ਇਹਦਾ ਵਿਆਹ ਕੌਣ ਕਰੇਗਾ, ਇਹਦੇ ਨਾਲ ਕਿਹਨੇ ਵਿਆਹ ਕਰਨਾ। ਲੇਕਿਨ ਅੱਜ ਦੇਖੋ ਤੁਸੀਂ, ਕਰੋੜਾਂ ਸ਼ਾਦੀਆਂ ਸਿਰਫ ਹਿੰਦੁਸਤਾਨ 'ਚ ਹੀ ਨਹੀਂ ਪੂਰੇ ਸੰਸਾਰ ਵਿੱਚ ਜਿਸ ਦੀ ਵੀ ਸ਼ਾਦੀ ਹੁੰਦੀ ਹੈ, ਆਨੰਦ ਕਾਰਜ ਲਾਵਾਂ ਦੇ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ। ਕਰੋੜਾਂ ਲੋਕਾਂ ਦੇ ਆਨੰਦ ਕਾਰਜ ਉਸ ਬਾਣੀ ਦੇ ਨਾਲ ਹੁੰਦੇ ਨੇ ਜਿਹੜੀ ਕਿ ਗੁਰੂ ਰਾਮਦਾਸ ਨੇ ਉਚਾਰੀ ਸੀ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਅਨਾਥ ਬੱਚਾ, ਇਹਦਾ ਵਿਆਹ ਕਿਹਨੇ ਕਰਨਾ ਅਤੇ ਇਹਦਾ ਵਿਆਹ ਕਿਵੇਂ ਹੋਏਗਾ। ਹੁਣ ਦੇਖੋ ਵਿਆਹ ਕਿਵੇਂ ਹੋ ਰਹੇ ਨੇ। ਉਹ ਕਿਸ ਦੀ ਬਰਕਤ ਹੈ? ਇੱਕ ਗੁਰੂ ਨਾਨਕ ਦੇਵ ਜੀ ਦੀ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਅਗਨੀ ਵਾਲਾ ਸਿਸਟਮ ਜਿਹੜਾ ਉਹ ਮੈਂ ਖ਼ਤਮ ਕਰਨਾ ਹੈ। ਅਗਨੀ ਦੇ ਚਾਰੋਂ ਪਾਸੇ ਫੇਰੇ ਮੈਂ ਨਹੀਂ ਲੈਣੇ, ਗੁਰਬਾਣੀ ਨਾਲ ਰਹੇਗੀ। ਪਹਿਲੇ ਹਰ ਕੰਮ ਵਿੱਚ ਗੁਰਬਾਣੀ ਨਾਲ ਰਹੇਗੀ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਬੜਾ ਜ਼ੋਰ ਦਿੱਤਾ, ਹਰ ਕੰਮ ਵਿੱਚ ਗੁਰਬਾਣੀ ਦੇ ਬੇਸ ਉੱਤੇ ਹੀ ਅਸੀਂ ਚੱਲਣਾ। ਸੋ ਅੱਗੇ ਉਹਨਾਂ ਨੇ, ਗੁਰੂ ਰਾਮਦਾਸ ਜੀ ਨੇ ਤਾਂ ਮਰਿਆਦਾ ਹੀ ਬਣਾ ਦਿੱਤੀ ਆਨੰਦ ਕਾਰਜ ਦੀ। 4 ਲਾਵਾਂ ਉਚਾਰ ਕੇ ਕਿਤਨੀ ਅੱਛੀ ਮਰਿਆਦਾ ਜਿਹੜੀ ਸੀ ਉਹ ਬਣਾ ਦਿੱਤੀ ਉਹਨਾਂ ਨੇ। ਜਿਹੜੇ ਅੱਜ ਤੱਕ ਸਾਰੀ ਦੁਨੀਆ ਵਿੱਚ ਜੋ ਆਨੰਦ ਕਾਰਜ ਹੁੰਦੇ ਨੇ ਉਹ ਕਿੱਥੇ ਹੁੰਦੇ ਨੇ? 4 ਲਾਵਾਂ ਪੜ੍ਹ ਕੇ। ਉਹ 4 ਲਾਵਾਂ ਦੀ ਬਾਣੀ ਕਿਸ ਨੇ ਉਚਾਰੀ ਹੈ? ਗੁਰੂ ਰਾਮਦਾਸ ਜੀ ਮਹਾਰਾਜ ਨੇ ਸੂਹੀ ਰਾਗ ਵਿੱਚ ਉਹ 4 ਲਾਵਾਂ ਦੀ ਬਾਣੀ ਜਿਹੜੀ ਹੈ ਉਹ ਉਚਾਰੀ ਹੈ।
सो इस तरीके नाल बाबा जी का विआह होया। और अज देखो उस वक्त कोई उन्होंने उत्थे कोई बरातां दे विच कोई नचदा टपदा नहीं सी, ढोल नहीं वजांदा सी। महाराज ने सब नूं मना किया, कुछ नहीं करना, नचना टप्पण का कोई मतलब नहीं, आनंद कारज जिंदगी का एक हिस्सा है और गुरबाणी के आधार पर असीं चलांगे। और देखो कमाल की गल कि अज ये वाला जो समागम है बाबे का विआह, ये सुल्तानपुर लोधी विच बड़े वज गज के बड़े ही धूमधाम नाल बटाले और सुल्तानपुर लोधी विच मनाया जाता है। अज भी एक सिंबॉलिक बरात सुल्तानपुर लोधी बरात चलती है और बटाले जाती है नगर कीर्तन के रूप में। अज बरात नहीं, अज उसनूं की कहने असीं नगर कीर्तन कहने। नगर कीर्तन के रूप जाते हैं, बड़ियां खुशियां मनाई जांदियां ने। रस्ते में जिन्हां जिन्हां दे घर आते हैं, जेड़े जेड़े पिंड आते हैं, वो उस बरात का स्वागत करते हैं, अपने घरां दे विच बड़े अच्छे तरीके दे नाल उन्हां दी सेवा करते हैं। लेकिन बदकिस्मती देखो कि पंजाब दे विच हर गल दे विच की आ जाता है, हर गल विच नचना टप्पना नशे इहो जिहियां कुरीतियां जिहड़ियां ने आ जांदियां ने। और वो जिहड़ी बाबे की बरात अज चढ़दी है उसका रूप कुछ होर है। उत्थे ते मुंडे पगड़े भी पाते हैं, सब कुछ करते हैं, मिठाइयां वंडियां जांदियां ने, सब कुछ किया जाता है। लेकिन नाल वो कहते हैं विआह ते आया ना, बाबे के विआह ते आया, पगड़े तो पावांगे ही पावांगे। जो उन्होंने कोई मना करे तो कहते हैं असीं बाबे के विआह ते आया, असीं पगड़ा तो पावांगे ही पावांगे। लेकिन उन्होंने ये नहीं पता कि किहड़े बाबे के विआह ते आए हो। तुहाडे दादे पड़दादे लकड़दादे गुरु नानक देव जी कौन सन, उन्हों के विआह ते तुसीं खुशी मना रहे हो। तो इहो जी कुरीतियां जिहड़ियां वो करनियां वो ठीक नहीं। लेकिन ये समझाना बहुत मुश्किल है। बाबे के दर पर जदों जाइए अपनी आकड़, अपना हंकार, अपना पैसा छोड़ के जाइए, नीवें होकर जाइए। निमरता नाल जावांगे तो गुरु गल ला लेगा। तो जे सप की तरह सप जिहड़ा जांदा है फन खिला के जांदा है तो फिर की होंदा, उन्होंने लाठियां पैंदियां ने। लेकिन जे नीवें होकर जावांगे, निमरता नाल जावांगे तो गुरु की करेगा, फौरन गुरु चुक के अपने गल नाल ला लेगा। सो वड्डी गल की निमरता। और ये जी इसकी जी सैलीब्रेशन है, ये बड़िया सारिया वीडियो भी तुहानूं मिल जाएगियां, बड़ी सारिया दी तुहानूं डिस्क्रिप्शन भी मिल जाएगी। कभी पढ़ के देखो कि लोग उत्थे सुल्तानपुर तो लैके और बटाले तक ये दिन जिहड़ा वो कितनियां खुशियां नाल मनाया जाता है। सो कभी मौका लगे, की पता कभी कोई मौका लगेगा तो जाके दर्शन कर लाँगे। लेकिन अज थोड़ा जिहा नज़ारा जिहड़ा है वो मैं कोशिश की है आप देखण दी, तुहानूं दिखाउण दी। किस दी? बाबे दा विआह। सो अज दा साडा टॉपिक की सी? बाबे दा विआह। सो कोई गल मैं वाधू घट कह गई हाँ तो मेरिया गलतियां माफ़ कर देनिया, भुल चुका दी खिमा जी। अज दा प्रोग्राम इत्थे समाप्त है। वाहिगुरू जी का खालसा, वाहिगुरू जी की फतेह।